ਰਣਜੀਤ ਸਿੰਘ ਜੀ ਫਤਿਹ। ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤ ਫਿਲਾਸਫੀ ਦੇ ਕਿਸੇ ਵਿਸ਼ੇ ਦੇ ਉੱਤੇ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵੀਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਦੇ ਵਿਚਾਰ ਆਰੰਭ ਕਰਨ। ਮਾਈਕ ਵੀ ਅਨਮਿਊਟ ਕਰ ਲਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਇਨਸਾਨ ਜਿਸ ਦਾ ਵੀ ਸੰਸਾਰ ਤੇ ਜਨਮ ਹੁੰਦਾ ਹੈ, ਉਸਨੇ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ। ਜੀਵਨ ਦੀ ਯਾਤਰਾ ਇਨਸਾਨ ਦੀ ਜੋ ਆਰੰਭ ਹੁੰਦੀ ਹੈ ਉਹ ਖਤਮ ਹੁੰਦੀ ਹੈ। ਕੀ ਪ੍ਰਯੋਜਨ ਹੈ, ਜੀਵਨ ਯਾਤਰਾ ਹੈ ਕੀ ਹੈ, ਕਿੱਥੋਂ ਆਏ ਸੀ, ਕੀ ਕੀਤਾ, ਕੀ ਹੈ, ਕਿਸ ਤਰ੍ਹਾਂ ਹੈ, ਇੱਕ ਗੁਰਮਤਿ ਦਾ ਬੜਾ ਡੂੰਘਾ ਜਿਹਾ ਵਿਸ਼ਾ ਹੈ। ਜਿਵੇਂ ਜਿਵੇਂ ਇਸ ਨੂੰ ਪੜ੍ਹਦੇ ਹਾਂ, ਹੋਰ ਤੋਂ ਹੋਰ ਇਹਦੇ ਵਿੱਚ ਗਹਿਰਾਈ ਨਜ਼ਰ ਆਉਂਦੀ ਹੈ। ਕੁਝ ਯਤਨ ਕਰਾਂਗੇ ਕੁਝ ਵਿਚਾਰਾਂ ਕਰਨ ਦਾ ਕਿ ਸਾਡਾ ਇਹ ਸਫ਼ਰ ਕੀ ਹੈ, ਮੰਜ਼ਿਲ ਕੀ ਹੈ, ਕਿਵੇਂ ਪਹੁੰਚਿਆ ਜਾਵੇ। ਕੁਝ ਰਲ ਮਿਲ ਕੇ ਵਿਚਾਰਾਂ ਕਰਾਂਗੇ। ਕਰਤੇ ਪੁਰਖ ਮਾਲਕ ਦੀ ਬੇਅੰਤਤਾ ਨੂੰ ਸ਼ਬਦਾਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਹਜ਼ੂਰ ਨੇ ਗੁਰਬਾਣੀ ਦੇ ਅੰਦਰ ਇਸ ਗੱਲ ਦੀ ਆਪ ਵੀ ਪ੍ਰੋੜਤਾ ਕੀਤੀ ਹੈ। ਬਹੁਤ ਲੰਮਾ ਸਮਾਂ, ਪਤਾ ਨਹੀਂ ਕਿੰਨਾ ਕੁ, ਕੋਈ ਅੰਦਾਜ਼ਾ ਨਹੀਂ, ਕਾਦਰ ਸਭ ਕੁਝ ਆਪਣੇ ਆਪ ਵਿੱਚ ਹੀ ਸਮੇਟ ਕੇ ਸੁਲ ਸਮਾਧ ਦੀ ਅਵਸਥਾ ਵਿੱਚ ਟਿਕਿਆ ਰਿਹਾ, ਜਿਨ ਸ਼ੂਨਯ ਅਪੁਰ ਅਵਸਥਾ ਦਾ ਨਾਮ ਵੀ ਦਿੱਤਾ ਜਾਂਦਾ ਹੈ। ਕਾਦਰ ਦੀ ਖੇਡ ਇਹੋ ਜਿਹੀ ਹੈ ਕਿ ਉਸ ਅਵਸਥਾ ਵਿੱਚੋਂ ਕਾਦਰ ਨੇ ਕਿਵੇਂ ਸੰਸਾਰ ਨੂੰ ਪ੍ਰਗਟ ਕੀਤਾ। ਇਹ ਸ਼ਬਦ ਅਸੀਂ ਮਾਰੂ ਰਾਗ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਬਹੁਤ ਵਾਰੀ ਪੜ੍ਹਿਆ ਹੈ। ਅਰਬਦ ਨਰਬਦ ਧੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਇੰਦਾ। ਖਾਣੀ ਨਾ ਬਾਣੀ ਪਾਉਨ ਨਾ ਪਾਣੀ, ਉਪਤ ਖਪਤ ਨਾ ਆਵਨ ਜਾਣੀ, ਖੰਡ ਪਤਾਲ ਸਬਤ ਨਹੀਂ ਸਾਗਰ, ਨਦੀ ਨਾ ਨੀਰ ਵਹਾਇੰਦਾ। ਇੱਥੋਂ ਸਾਨੂੰ ਕੁਝ ਸਮਝ ਜੀ ਆਉਂਦੀ ਹੈ। ਥੋੜਾ ਬਹੁਤਾ ਲੰਬੇਰਾ ਸ਼ਬਦ ਹੈ, ਲਗਭਗ 16 ਪਦੇ ਸ਼ਬਦ ਦੇ ਹਨ, ਪਰ ਜੋ ਪਦੇ ਅਸੀਂ ਦੋ ਪੜ੍ਹੇ ਹਨ ਪਹਿਲੇ, ਇਹ ਗੱਲ ਤਾਂ ਬੜੀ ਸਪਸ਼ਟ ਜੀ ਸਾਨੂੰ ਸਮਝ ਆਉਂਦੀ ਹੈ
ਵੀ ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ, ਜਿਸ ਦੀ ਗਿਣਤੀ ਦੇ ਵਾਸਤੇ ਅਰਬਦ ਨਰਬਦ ਲਫ਼ਜ਼ ਵੀ ਨਹੀਂ ਵਰਤੇ ਜਾ ਸਕਦੇ, ਐਸੀ ਸੁਨ ਦੀ ਅਵਸਥਾ ਸੀ, ਫੁਰ ਅਵਸਥਾ ਸੀ, ਹਨੇਰੇ ਦੀ ਅਵਸਥਾ ਸੀ, ਜਿਸ ਬਾਰੇ ਕੋਈ ਦੱਸ ਹੀ ਨਹੀਂ ਸਕਦਾ। ਅਜਿਹੀ ਹਾਲਤ ਸੀ ਜਿਸ ਦਾ ਅੰਦਾਜ਼ਾ ਕੋਈ ਲਾ ਹੀ ਨਹੀਂ ਸਕਦਾ, ਕਿਉਂਕਿ ਨਾ ਧਰਤੀ ਸੀ, ਨਾ ਆਕਾਸ਼ ਸੀ, ਨਾ ਹੀ ਕਿਤੇ ਬ੍ਰਹਮ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ। ਜਦੋਂ ਹੈ ਹੀ ਕੁਝ ਨਹੀਂ ਸੀ, ਹੁਕਮ ਤਾਂ ਚੱਲਦਾ ਹੋਵੇ ਜੇ ਕੋਈ ਸਾਹਮਣੇ ਹੋਵੇ ਤਾਂ। ਜਦੋਂ ਹੈ ਹੀ ਕੁਝ ਨਹੀਂ, ਫਿਰ ਹੁਕਮ ਵੀ ਨਹੀਂ ਸੀ ਚੱਲਦਾ। ਨਾ ਦਿਨ ਸੀ, ਨਾ ਰਾਤ ਸੀ, ਨਾ ਸੂਰਜ ਸੀ, ਨਾ ਚੰਦਰਮਾ ਸੀ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਦੋਂ ਪ੍ਰਮਾਤਮਾ ਆਪਣੇ ਹੋਏ ਚ ਆਪ ਸੀ। ਇਹ ਹੈ ਆਦਿ ਸੱਚ ਦੀ ਅਵਸਥਾ, ਜਿਹਨੂੰ ਅਸੀਂ ਆਦਿ ਸੱਚ ਕਹਿੰਦੇ ਹਾਂ। ਜਗਤ ਦੇ ਬਣਨ ਤੋਂ ਪਹਿਲਾਂ ਵੀ ਉਹ ਕਾਇਮ ਸੀ। ਮਾਨੋ ਇੱਕ ਐਸੀ ਸਮਾਧੀ ਲਾਈ ਬੈਠਾ ਸੀ ਜਿੱਥੇ ਕਿਸੇ ਕਿਸਮ ਦਾ ਕੋਈ ਫੁਰਨਾ ਨਹੀਂ ਸੀ। ਨਾ ਜਗਤ ਦੀਆਂ ਚਾਰ ਖਾਣੀਆਂ ਸਨ, ਨਾ ਹੀ ਉਸ ਵੇਲੇ ਇਸ ਤੇ ਕੋਈ ਬੋਲੀ ਸੀ, ਬਾਣੀ ਸੀ, ਨਾ ਹਵਾ ਸੀ, ਨਾ ਪੌਣ ਸੀ, ਨਾ ਪਾਣੀ ਸੀ, ਨਾ ਉਤਪਤੀ ਸੀ, ਨਾ ਪਰਲੋ ਸੀ, ਨਾ ਜੰਮਣ ਸੀ, ਨਾ ਮਰਨ ਸੀ, ਨਾ ਧਰਤੀ ਸੀ, ਨਾ ਧਰਤੀ ਦੇ ਖੰਡ ਸਨ, ਨਾ ਪਤਾਲ ਸਨ, ਨਾ ਸਮੁੰਦਰ ਸਨ, ਨਾ ਨਦੀਆਂ ਸਨ, ਨਾ ਇਹਨਾਂ ਦਰਿਆਵਾਂ ਵਿੱਚ ਕਿਤੇ ਪਾਣੀ ਵਹਿ ਰਿਹਾ ਸੀ। ਇਹ ਉਹ ਅਵਸਥਾ ਹੈ ਜਿਹਦਾ ਜ਼ਿਕਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕੀਤਾ ਵੀ ਲੰਮਾ ਸਮਾਂ ਕਾਦਰ, ਪਤਾ ਨਹੀਂ ਕਿੰਨਾ ਸਮਾਂ, ਕੋਈ ਅੰਦਾਜ਼ਾ ਨਹੀਂ। ਅਰਬਦ ਨਰਬਦ ਲਫ਼ਜ਼ ਵਰਤ ਕੇ ਗੁਰੂ ਪਾਤਸ਼ਾਹ ਜੀ ਨੇ ਇਸ ਦਾਇਰੇ, ਗਿਣਤੀ ਦੇ ਦਾਇਰੇ ਵਿੱਚੋਂ ਹੀ ਬਾਹਰ ਕੱਢ ਦਿੱਤਾ। ਫਿਰ ਆਪਣੇ ਹੀ ਫੁਰਨੇ ਅਨੁਸਾਰ ਉਸ ਮਾਲਕ ਨੇ ਸੁਨ ਅਵਸਥਾ ਦੇ ਵਿੱਚੋਂ, ਸੁਨ ਸਮਾਧ ਦੇ ਵਿੱਚੋਂ ਇਹ ਜਗਤ ਪੈਦਾ ਕਰ ਦਿੱਤਾ। ਉਹ ਜਗਤ ਕੀ ਸੀ? ਤੁਧ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦਿਖਲਾਇਆ। ਫਿਰ ਮਾਲਕ ਨੇ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ। ਉਹਨੇ ਜਗਤ ਦੀ ਰਚਨਾ ਵੀ ਆਪ ਕੀਤੀ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਹ ਮਾਲਕ ਪ੍ਰਭੂ ਇੱਕ ਸੁਨ ਅਵਸਥਾ ਸੀ, ਉਦੋਂ ਤੂੰ ਆਪ ਸੀ, ਉਦੋਂ ਤੇਰਾ ਆਪਣਾ ਹੀ ਖੇਡ ਸੀ, ਆਪ ਹੀ ਖੇਡ ਖੇਡ ਰਿਹਾ ਸੀ। ਆਪਣੇ ਆਪ ਨੂੰ ਜਗਤ ਵਿੱਚ ਤੂੰ ਆਪ ਹੀ ਪ੍ਰਗਟ ਕੀਤਾ ਤੇ ਇਥੋਂ ਵੱਖਰਾ ਦਿਸਦਾ ਜ਼ਰੂਰ ਹੈ, ਪਰ ਖੇਡ ਤੇਰੀ ਹੈ। ਮਾਇਆ ਦਾ ਜਗਤ ਤਮਾਸ਼ਾ ਤੂੰ ਆਪ ਹੀ ਬਣਾ ਦਿੱਤਾ ਹੈ, ਆਪ ਹੀ ਰਚਨਾ ਰਾਜ ਦਿੱਤੀ ਹੈ, ਆਪ ਹੀ ਸਾਰਾ ਕੁਝ ਕਰ ਦਿੱਤਾ ਹੈ। ਪਰ हे ਮੇਰੇ ਸਾਈਂ, हे ਮੇਰੇ ਮਾਲਕ, हे ਮੇਰੇ ਪ੍ਰੀਤਮ, ਤੂੰ ਜਗਤ ਰਚਨਾ ਰਚ ਕੇ ਵੀ ਹਰ ਥਾਂ ਮੌਜੂਦ ਹੈ। ਜਿਸ ਉੱਤੇ ਮਿਹਰ ਕਰ ਦਵੇਂ ਉਹਨੂੰ ਇਹ ਭੇਦ ਸਮਝਾਉਂਦਾ ਹੈ। ਜਿਸ ਉੱਤੇ ਤੂੰ ਕਿਰਪਾ ਕਰ ਦਵੇਂ, ਜਿਸ ਉੱਤੇ ਤੂੰ ਨਜ਼ਰ ਕਰ ਦਵੇਂ, ਆਪਣੇ ਉਦਮ ਨਾਲ ਨਹੀਂ। ਫਿਰ ਮੈਂ ਬੇਨਤੀ ਕਰਦਿਆਂ, ਸਾਡੀ ਮਿਹਨਤ ਨਹੀਂ, ਮਾਲਕ ਦੀ ਰਹਿਮਤ ਹੈ। ਇਹ ਗੱਲ ਧਰਮ ਦੀ ਦੁਨੀਆ ਵਿੱਚ ਬਹੁਤ ਹੀ ਸਾਨੂੰ ਸੋਚਣੀ, ਮੰਨਣੀ ਜ਼ਰੂਰੀ ਹੈ ਵੀ ਉਹ ਕਿਸੇ ਉਦਮ ਨਾਲ ਨਹੀਂ, ਰਹਿਮਤ ਨਾਲ ਮਿਲਦਾ ਹੈ। ਉਦਮ ਕਰਾਉਂਦਾ ਹੈ, ਉਦਮ ਉਹ ਕਰਾਉਂਦਾ ਹੈ। ਤੇ ਸਾਡੀ ਕੀ ਪਾਇਆ ਹੈ ਕਿ ਅਸੀਂ ਇਹ ਉਦਮ ਕਰ ਸਕਦੇ? ਸਾਡੀ ਕੀ ਪਾਇਆ ਸੀ ਅਸੀਂ ਉਦਮ ਕਰ ਸਕਦੇ, ਅਸੀਂ ਇਹ ਗੱਲ ਮੰਨ ਸਕਦੇ? ਫਿਰ ਮਾਲਕ ਸੱਚੇ ਪਾਤਸ਼ਾਹ ਜੀ ਆਪ ਕਹਿੰਦੇ ਨੇ, ਤੂੰ ਦੂਜਾ ਖੇਲ ਕਰ ਦਿਖਲਾਇਆ, ਸਭ ਸੱਚੋ ਸੱਚ ਵਰਤਦਾ, ਜਿਸ ਭਾਵੇ ਤਿਸੇ ਬੁਝਾਏ ਜੀਓ। ਇਹ ਮੇਰੇ ਖਿਰਤੇ ਦਾ ਖੇਡ ਹੈ, ਜਿੱਤੇ ਨਜ਼ਰ ਕਰ ਦਵੇ ਤੇ ਜਿੱਦ ਤੇ ਨਜ਼ਰ ਕਰ ਦਵੇ। ਫਿਰ ਉਹ ਕਹਿੰਦੇ ਨੇ, ਗੁਰ ਪ੍ਰਸਾਦੀ ਪਾਇਆ, ਤਿੱਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਓ। ਉਹ ਆਪਣੀ ਕਿਰਪਾ ਕਰਕੇ
ਆਪ ਹੀ ਆਪਣੇ ਨਾਲ ਜੋੜ ਲੈਂਦਾ ਹੈ। ਕਰਤੇ ਪੁਰਖ ਮਾਲਕ ਨੇ ਇਹ ਸਾਰੀ ਰਚਨਾ ਰਚ ਦਿੱਤੀ। ਸਾਰੀ ਰਚਨਾ ਰਚ ਕੇ ਆਪਣੇ ਆਪ ਤੋਂ ਹੀ ਸਭ ਕੁਝ ਪੈਦਾ ਕਰ ਲਿਆ, ਆਪਣੇ ਆਪ ਤੋਂ ਹੀ ਸਭ ਕੁਝ ਬਣਾ ਲਿਆ। ਉਸ ਕਰਤੇ ਪੁਰਖ ਮਾਲਕ ਨੇ ਇਹ ਸਾਰੀ ਖੇਡ ਉਹਨੇ ਆਪ ਹੀ ਬਣਾਈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਇਹ ਮੇਰੇ ਮਾਲਕ, ਤੂੰ ਆਪ ਹੀ ਆਪਣੇ ਆਪ ਨੂੰ ਸਾਜਿਆ ਹੈ, ਤੂੰ ਆਪਣੇ ਨਾਮ ਵੀ ਆਪ ਰੱਖਿਆ ਹੈ, ਤੂੰ ਇਹ ਕੁਦਰਤ ਵੀ ਆਪ ਰਚੀ ਹੈ, ਤੇ ਇਸ ਕੁਦਰਤ ਵਿੱਚ ਆਪਣਾ ਆਸਣ ਲਾ ਕੇ ਵੀ ਤੂੰ ਬੈਠਾ ਹੋਇਆ ਹੈ। ਕੁਦਰਤ ਵਿੱਚ ਵਿਆਪਕ ਹੋ ਕੇ ਜਗਤ ਦਾ ਤਮਾਸ਼ਾ ਵੀ ਦੇਖ ਰਿਹਾ ਹੈ। ਇਹ ਮੇਰੇ ਪਿਆਰਿਆ, ਜਗਤ ਨੂੰ ਦਾਤਾਂ ਦੇਣ ਵਾਲਾ ਵੀ ਤਾਂ ਤੂੰ ਹੈ, ਇਹਨਾਂ ਦੇ ਦਿਲਾਂ ਦੀਆਂ ਜਾਣਨ ਵਾਲਾ ਵੀ ਤਾਂ ਤੂੰ ਹੈ। ਤੂੰ ਆਪ ਹੀ ਤਰੁੱਠ ਕੇ ਬਖਸ਼ਿਸ਼ ਕਰਕੇ ਇਹਨਾਂ ਨੂੰ ਦਾਤਾਂ ਦਿੰਦਾ ਹੈ। ਤੂੰ ਸਭਨਾਂ ਦੇ ਦਿਲਾਂ ਦੀ ਜਾਣਨਹਾਰ ਹੈ, ਜਾਣਨਹਾਰ ਪ੍ਰਭੂ ਪ੍ਰਵੀਨ ਹੈ। ਤੂੰ ਸਾਰਿਆਂ ਨੂੰ ਜਿੰਦ ਦਿੱਤਾ ਹੈ, ਸਰੀਰ ਦਿੱਤਾ ਹੈ, ਤੇ ਲੈ ਵੀ ਲੈਂਦਾ ਹੈ। ਭਾਵ ਇਹ ਜਗਤ ਦਾ ਤਮਾਸ਼ਾ ਤੇਰਾ ਆਪਣਾ ਹੀ ਬਣਾਇਆ ਹੋਇਆ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ। ਦਾਤਾ ਕਰਤਾ ਆਪ ਤੋਂ, ਤੁਸ ਦੇਵੇਂ ਕਰੋ ਪਸਾਓ। ਤੂੰ ਜਾ ਨੋਈ ਸਭ ਸੈਂ, ਦੇ ਲੈਸੈਂ ਜਿੰਦ ਕਵਾਓ। ਕਵਾਓ ਦਾ ਅਰਥ ਹੈ ਹੁਕਮ। ਕਰ ਆਸਨ ਡਿਠੋ ਚਾਓ। ਇਹ ਨਿਰੰਕਾਰ, ਤੂੰ ਆਪ ਹੀ ਤਾਂ ਆਸਣਾ ਤੇ ਬੈਠਾ ਹੋਇਆ ਹੈ, ਆਪ ਹੀ ਦਾ ਤਮਾਸ਼ਾ ਦੇਖਦਾ ਹੈ। ਇਹ ਖੇਡ ਹੈ ਮੇਰੇ ਮਾਲਕ ਦੀ, ਇਹ ਹੈ ਆਵਨ ਜਾਨ, ਇੱਕ ਖੇਲ ਬਣਾਇਆ। ਆਗਿਆਕਾਰੀ ਕੀਨੀ ਮਾਇਆ, ਸਭ ਕੇ ਮਦ ਅਲਪਤੋ ਹੈ ਵੀ ਹੈ, ਨਿਰਲੇਪ ਵੀ ਹੈ। ਇਹ ਫਿਰ ਖੇਡ ਬਣ ਗਿਆ। ਇਸ ਖੇਡ ਦੇ ਕੁਝ ਅਸੂਲ ਵੀ ਵੈਸੇ ਮਾਲਕ ਨੇ ਫਿਰ ਨਿਸ਼ਚਿਤ ਕਰ ਦਿੱਤੇ। ਕੇਵਲ ਖੇਡ ਹੀ ਨਹੀਂ ਬਣਾਈ, ਇਹਦੇ ਅਸੂਲ ਵੀ ਨਿਸ਼ਚਿਤ ਕੀਤੇ। ਜਿਵੇਂ ਕੋਈ ਵੀ ਗੇਮ ਖੇਡਣੀ ਹੋਵੇ, ਹਰ ਗੇਮ ਦੇ ਨਿਯਮ ਪਹਿਲਾਂ ਦੱਸੇ ਜਾਂਦੇ ਹਨ, ਸਮਝਾਏ ਜਾਂਦੇ ਹਨ। ਖਿਡਾਰੀ ਨੂੰ ਖੇਡ ਖੇਡਣ ਤੋਂ ਪਹਿਲਾਂ ਨਿਯਮਾਂ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ। ਜਿਹੜਾ ਖਿਡਾਰੀ ਖੇਡ ਦੇ ਨਿਯਮਾਂ ਨੂੰ ਨਹੀਂ ਜਾਣਦਾ, ਉਹ ਖੇਡ ਖੇਡ ਹੀ ਨਹੀਂ ਸਕਦਾ। ਸਫਲਤਾ ਤਾਂ ਬੜੇ ਦੂਰ ਦੀ ਗੱਲ ਹੈ, ਉਹ ਖੇਡ ਖੇਡਣੀ ਹੀ ਨਹੀਂ ਜਾਣਦਾ। ਜਦ ਨਿਯਮਾਂ ਦਾ ਹੋਣਾ ਬੜਾ ਜ਼ਰੂਰੀ ਹੈ। ਇਹ ਉਸ ਸੰਸਾਰ ਦੀ ਖੇਡ ਸੀ, ਤੇ ਨਿਰੰਕਾਰ ਦੇ ਖੇਡ ਬਣਾ ਕੇ ਉਸ ਖੇਡ ਦੇ ਕੁਝ ਅਸੂਲ ਵੀ ਆਪ ਹੀ ਨਿਸ਼ਚਿਤ ਕੀਤੇ ਹਨ, ਉਹਦੇ ਨਿਯਮ ਵੀ ਆਪ ਬਣਾਏ ਹਨ। ਸਭ ਤੋਂ ਵੱਡਾ ਨਿਯਮ ਇਹ ਬਣਾਇਆ ਕਿ ਜਿਹੜਾ ਵੀ ਖਿਡਾਰੀ ਉਸ ਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ, ਉਹਦੇ ਹੁਕਮ ਵਿੱਚ, ਉਹਦੇ ਆਖੇ ਲੱਗ ਕੇ ਜੀਵਨ ਦੀ ਖੇਡ ਖੇਡਦਾ ਹੈ, ਉਹਦੇ ਉੱਤੇ ਉਹ ਰਜ਼ਾ ਦਾ ਮਾਲਕ ਪ੍ਰਸੰਨ ਹੋ ਜਾਂਦਾ ਹੈ, ਖੁਸ਼ੀ ਹੁੰਦੀ ਹੈ, ਉਹਦੀ ਬਖਸ਼ਿਸ਼ ਹੁੰਦੀ ਹੈ। ਜਿਹੜਾ ਖਿਡਾਰੀ ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਇਹ ਖੇਡ ਖੇਡਦਾ ਹੈ। ਬਸ ਗੁਰਮਤਿ ਦਾ ਪਹਿਲਾ ਅਸੂਲ ਇੱਥੋਂ ਹੀ ਜੀਵਨ ਦੀ ਯਾਤਰਾ ਦਾ ਆਰੰਭ ਹੁੰਦਾ ਹੈ। ਇਹ ਹੈ ਹੁਕਮ ਰਜ਼ਾਈ ਚੱਲਣ ਦੀ ਗੱਲ। ਜਿਹਨੇ ਹੁਕਮ ਚੱਲਣਾ ਸਿੱਖ ਲਿਆ, ਉਹਨੇ ਜੀਵਨ ਨੂੰ ਅੱਗੇ ਤੈਅ ਕਰਨਾ ਵੀ ਸਿੱਖ ਲਿਆ। ਜਿਸਨੇ ਹੁਕਮ ਰਜ਼ਾਈ ਚੱਲਣ ਦੀ ਜਾਚ ਨਾ ਸਿੱਖੀ, ਉਹ ਸਚਿਆਰ ਨਾ ਬਣ ਸਕਿਆ। ਉਹ ਸਚਿਆਰ ਬਣ ਨਹੀਂ ਸਕਦਾ, ਨਿਰੰਕਾਰ ਦੇ ਦੇਸ਼ ਪਹੁੰਚ ਹੀ ਨਹੀਂ ਸਕਦਾ। ਸੰਸਾਰ ਵਿੱਚ ਆਇਆ ਨਿਰੰਕਾਰ ਨਾਲ ਮਿਲਣ ਲਈ ਸੀ, ਪਰ ਪਹਿਲੀ ਅਸੂਲ, ਪਹਿਲਾ ਨਿਯਮ ਨਹੀਂ ਸਮਝਿਆ। ਤਾਂ ਪਹਿਲਾ ਨਿਯਮ ਕੀ ਸੀ? ਉਹ ਸੀ ਉਹਦੇ ਆਖੇ ਅਨੁਸਾਰ ਜੀਵਨ ਦੀ ਖੇਡ ਨੂੰ ਖੇਡਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜਿਹੜਾ ਹੁਕਮ ਦੀ ਉਲੰਘਣਾ ਕਰਕੇ ਇਸ ਖੇਡ ਨੂੰ ਖੇਡਣ ਦਾ ਕੋਸ਼ਿਸ਼ ਕਰਦਾ ਹੈ, ਯਤਨ ਕਰਦਾ ਹੈ, ਉਹ ਫਿਰ ਸਜ਼ਾ ਦਾ ਹੱਕਦਾਰ ਵੀ ਹੁੰਦਾ ਹੈ, ਸਜ਼ਾ ਮਿਲਦੀ ਹੈ। ਪਰ ਜੀਵ ਦੀ ਹਾਲਾਤ ਕੀ ਹੈ, ਸਾਡੀ ਹਾਲਤ ਕੀ ਹੈ? ਗੁਰੂ ਸਾਹਿਬ ਜੀ ਨੇ ਬੜਾ ਹੀ
ਸੁੰਦਰ ਨਕਸ਼ਾ ਖਿੱਚਿਆ ਹੈ। ਕਹਿੰਦੇ ਭਲਿਆ ਜਨਮ ਲੈਂਦਿਆਂ ਹੀ ਖਸਮ ਨੂੰ ਵਿਸਰ ਗਿਆ। ਜਨਮ ਲੈਂਦਿਆਂ ਹੀ ਤੇਰਾ ਚਿੱਤ ਨਿਰੰਕਾਰ ਨੂੰ ਛੱਡ ਕੇ ਸੰਸਾਰ ਨਾਲ ਲੱਗ ਗਿਆ। ਕਦੀ ਸੋਚਿਆ ਹੀ ਜਨਮ ਲੈਂਦਿਆਂ ਤੇਰੀ ਹਾਲਤ ਕੀ ਹੋਈ। ਗੁਰੂ ਪਾਤਸ਼ਾਹ ਜੀ ਨੇ ਕਮਾਲ ਦੀ ਕਮਾਲ ਦੀਆਂ ਗੱਲਾਂ ਸਾਨੂੰ ਸਮਝਾਈਆਂ ਹਨ। ਸਤਿਗੁਰੂ ਜੀ ਕਹਿੰਦੇ ਨੇ ਵੀ ਇੱਥੇ ਤੇਰੀ ਖੇਡ ਸੀ, ਵਿੱਚੋਂ ਗਰਭ ਨਿਕਲ ਆਇਆ। ਤੇਰੀ ਖੇਡ ਖੇਡਣ ਦਾ ਢੰਗ ਕੀ, ਤੂੰ ਕਿਹੋ ਜਿਹੀ ਖੇਡ ਖੇਡਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਾਰੂ ਰਾਗ 'ਚ ਇਹ ਗੱਲ ਕਹਿੰਦੇ ਨੇ, ਕਹਿੰਦੇ ਨੇ ਵਿੱਚੋਂ ਗਰਭ ਨਿਕਲ ਆਇਆ। ਫਿਰ ਕੀ ਹੋਇਆ? ਖਸਮ ਵਿਸਾਰ ਦੁਨੀ ਚਿਤ ਲਾਇਆ। ਆਵੇ ਜਾਏ ਭਵਾਈਏ ਜੋਨੀ, ਰਹਿ ਨ ਕਿਤਹੀ ਥਾਂ ਧਿਆ। ਫਿਰ ਨਿਰੰਕਾਰ ਤੱਕ ਨਾ ਪਹੁੰਚ ਸਕਿਆ। ਇਹ ਹੈ ਆਵਾਗਮਨ ਦਾ ਚੱਕਰ ਸ਼ੁਰੂ ਹੋ ਜਾਣਾ, ਜਿਹਨੂੰ ਕੁਝ ਲੋਕ, ਕੁਝ ਵਿਦਵਾਨ ਜਿਹਦੇ ਨਾਲ ਸਹਿਮਤੀ ਨਹੀਂ ਹੁੰਦੇ। ਪਰ ਗੁਰੂ ਦੀ ਬਾਣੀ, ਸਤਿਗੁਰੂ ਜੀ ਪਾਤਸ਼ਾਹ ਕਹਿੰਦੇ ਨੇ, ਸਤ ਸਤ ਕਰ ਜਾਣੋ ਗੁਰਸਿੱਖੋ, ਇਸ ਸੱਚ ਨੂੰ ਮੰਨ ਲਵੋ। ਕਿਉਂਕਿ ਕਰਤੇ ਦੇ ਬੋਲ ਹਨ ਜਿਹੜੇ ਗੁਰੂ ਦੇ ਮੂੰਹ ਵਿੱਚੋਂ ਨਿਕਲੇ ਹਨ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹੋਂ ਕਢਾਏ। ਜਿਹੜੇ ਕਰਤੇ ਨੇ ਆਪ ਕਢਾਏ ਹਨ, ਉਹ ਕਢਾਏ ਕੀ ਹਨ? ਵਿੱਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਆਵੇ ਜਾਏ ਭਵਾਈਏ ਜੋਨੀ, ਰਹਿ ਨਾ ਕਿਤਹੀ ਥਾਂ ਭਿਆ। ਫਿਰ ਟਿਕਾਣਾ ਨਾ ਮਿਲਿਆ, ਆਵਾਗਮਨ ਦਾ ਕੰਮ ਸ਼ੁਰੂ ਹੋ ਗਿਆ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਣੇ ਵਿੱਚ ਤਾਂ ਜੰਮਿਆ ਸੀ ਪਰ ਬਾਗੀ ਹੋ ਗਿਆ, ਬਗਾਵਤ ਕਰ ਬੈਠਾ। ਆਨੰਦ ਸਾਹਿਬ ਅਸੀਂ ਪੜ੍ਹਦੇ ਹਾਂ, ਜਾਂ ਤਿਸ ਭਾਣਾ ਤਾਂ ਜੰਮਿਆ, ਪਰ ਅੱਗੇ ਕੀ ਹੋਇਆ? ਪਰਿਵਾਰ ਭਲਾ ਪਾਇਆ। ਜੰਮਿਆ ਤਾਂ ਭਾਣੇ ਵਿੱਚ ਸੀ, ਪਰ ਅੱਗੋਂ ਭਾਣੇ ਦੇ ਮਾਲਕ ਨੂੰ ਛੱਡ ਕੇ ਪਰਿਵਾਰ ਨਾਲ ਜੁੜ ਗਿਆ। ਤੇ ਫਿਰ ਹੋਇਆ ਕੀ? ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਫਿਰ ਜੀਵਨ ਦੀ ਖੇਡ ਇਹ ਹੋ ਗਈ, ਜੀਵਨ ਦੀਆਂ ਖੇਡਾਂ ਇਹ ਖੇਡਣ ਲੱਗ ਪਿਆ। ਪ੍ਰਭੂ ਚਰਨਾਂ ਵਿੱਚੋਂ ਲਿਵ ਟੁੱਟਣ ਦੀ ਦੇਰ ਸੀ, ਤ੍ਰਿਸ਼ਨਾ ਲੱਗ ਗਈ। ਪ੍ਰਭੂ ਦੇ ਚਰਨ ਛੱਡੇ, ਪ੍ਰਭੂ ਦਾ ਸਾਥ ਛੱਡਿਆ, ਤ੍ਰਿਸ਼ਨਾ ਨੇ ਆ ਕੇ ਘੇਰਾ ਪਾ ਲਿਆ। ਜੇ ਤ੍ਰਿਸ਼ਨਾ ਦੀ ਮੈਲ ਨਾ ਲੱਗਦੀ ਤਾਂ ਲਿਵ ਫਿਰ ਉਹਦੇ ਵਿੱਚ ਜੁੜ ਸਕਦੀ ਸੀ। ਪਰ ਹੁਣ ਤ੍ਰਿਸ਼ਨਾ ਦੀ ਮੈਲ ਇਹਨੂੰ ਉਹਦੇ ਨਾਲ ਜੁੜਨ ਤਾਂ ਕੀ ਦੇਣਾ, ਸਗੋਂ ਪਰਮੇਸ਼ਰ ਨੂੰ ਭੁਲਾ ਕੇ ਹੋਰ ਰੋਗ ਲਾ ਦਿੰਦੀ ਹੈ। ਜੁੜਨ ਤਾਂ ਦਿੰਦੀ ਨਹੀਂ, ਲੇਕਿਨ ਹੋਰ ਰੋਗ ਪੈਦਾ ਕਰ ਦਿੰਦੀ ਹੈ। ਤ੍ਰਿਸ਼ਨਾ ਇੱਕ ਵੱਡਾ ਰੋਗ ਬਣ ਗਿਆ। ਇਸ ਵੱਡਾ ਰੋਗ ਇਸ ਕਰਕੇ ਕਿਹਾ ਗਿਆ ਕਿਉਂਕਿ ਆਵਨ ਜਾਨ ਦੀ ਖੇਡ ਨੂੰ ਭੁਲਾ ਕੇ ਇਹ ਜੀਵ ਮਰਨ ਮਨੋਂ ਵਿਸਾਰਿਆ ਦੀ ਖੇਡ ਨੂੰ ਭੁੱਲ ਗਿਆ, ਭਾਵ ਇੱਥੋਂ ਜਾਣਾ ਹੀ ਭੁਲਾ ਦਿੱਤਾ। ਇਸ ਕਰਕੇ ਇਸ ਤ੍ਰਿਸ਼ਨਾ ਨੂੰ ਵੱਡਾ ਰੋਗ ਕਿਹਾ ਜਾਂਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਅਮਰ ਕੀ ਹੈ? ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਵ ਦੂਜਾ ਲਾਇਆ। ਇਹ ਤਾਂ ਸਪਸ਼ਟ ਗੱਲ ਸਨਾਤ ਗੁਰੂ ਪਾਤਸ਼ਾਹ ਨੇ ਦੇ ਦਿੱਤਾ। ਹੁਣ ਇਸ ਨੇ ਇਹ ਗੱਲ ਸੋਚ ਲਈ, ਮੈਂ ਸੰਸਾਰ ਤੋਂ ਕਦੇ ਨਾ ਜਾਵਾਂ, ਬਸ ਇਹੋ ਹੀ ਰੱਬੀ ਹੁਕਮ ਤੋਂ ਬਾਗੀ ਹੋਣਾ ਹੈ। ਹਾਏ ਮੈਂ ਹੋਰ ਜੀ ਲਵਾਂ, ਹੋਰ ਜੀ ਲਵਾਂ, ਹੋਰ ਜੀ ਲਵਾਂ। ਇਹ ਮਾਇਆ ਦੇ ਰਾਜ ਦੇ ਕਰਕੇ ਮਨੁੱਖ ਦੇ ਅੰਦਰ ਇਹ ਭਾਵ ਪੈਦਾ ਹੋ ਗਏ।
इसने माया के हुक्म में तुरना शुरू कर दिता। जीवन करते की रजा तो हट गया, उस भाने तो परा हो गया, उस मालिक तो दूर हो चला गया। ये माया अमर दे विच इन्हें तुरना शुरू किया। माया का सुभाव तो पहला ही प्रभु की याद तो तोड़न वाला सी। पूर्ण तौर पर रब तो अलग होके ये जीव फिर अपनी हस्ती ही मन बैठा भी मैं वखरा हाँ, मैं हो ये जीवन इत्थे आके खड़ा हो गया। बस इस वखरी हस्ती का नाम फिर जीव पै गया। वखरी हस्ती का नाम की है? जीव पै गया। तृष्णा का बड़ा रोग होने करके, तृष्णा का बड़ा रोग होने करके कि दूजा माया का राज इहदे ते हो गया। फिर होया कि गुरु साहब कहते जब ये मन मैं करत गुमाना तब ये बावर फिरत बिगाना। घोड़ी राग विच सतगुरु जी का बचन आता है, जब ये मन मैं करत गुमाना तब ये बावर चला होया, बावरा फिरत बिगाना। ये बगाना हो गया, यदि अवस्था ते पहुंच गया। हुण जो कुछ भी करता है वो माया के हुक्म विच करता है। हुण करतार के हुक्म विच नहीं, निरंकार के हुक्म विच नहीं, ਉਹਦੀ ਬਣਾਈ हुई माया दे हत्थां विच ये नचदा है। ये माटी को पुतरा कैसे नचदा है ते जाके खड़ा हो गया। मिट्टी का पुतरा सी, कठपुतलियां वांगू माया के हत्थां विच नच रहा है, माया के हुक्म विच चलदा है। माया ने यह कह दिता भी मेरी होंद सीधी भी है, मेरी होंद सच वाली है। बस जीव रब ते भी शक करन लग पिया कि रब है भी कि नहीं है। अज साडा एक सूई इत्थे भी बड़ी घुमदी, कोई रब रूप नहीं जी, कोई रब नहीं, कुछ नहीं। रब उत्ते शक पैदा हो गया, बेविश्वासी, बेप्रतीति, बेभरोसगी हो गई। क्यों? ये माया का दीवाना होने करके मालक की होंद भी इन्हूं छक्की जी आदतन लग पई। दीवाना माया का है। प्यारिओ ख्याल करो, इत्थे तो आके मनुख ने ये गल समझ लिया चेरी की सेवा करे ठाकुर नहीं दिसे। इत्थे आ खड़ा हो गया कि चेरी दासी की सेवा करता तो मालक दिसदा ही नहीं। दासी सी माया, माया का आप दासियां का दास बन गया ते ठाकुर बनाउण वाला भुल गया। इत्थे रब दे उत्ते रब कौन हुंदा जी? असीं रब नूं की मनदे? कुदरत ही सब कुछ है, सब कुछ कुदरत ही करती है। भलिया कुदरत बनाउण वाला तां कादर सी, कदी उहदी गल नूं देखिया ही, उहदे वल देखिया, उहदे वल सोचिया? उहने तां आप ही ने आप साजियो है। आप सज के दूई कुदरत सज गया, दूजे नंबर ते है। एक नंबर ते करता है, दूजा कुदरत करते दी बनाई हुई है। करतार किसी का बनाया होया नहीं। क्यों कुदरत नूं सदीब मनन वाले करते दी होंद ते शक करन लग पिया है। कुदरत कुछ भी नहीं करतार दे सामने। अगर कुदरत करतार चाहे तो इस कुदरत नूं एक फिर एक अख दे फुर विच फनाह करके रख सकता है। जो कुछ असीं देखते हाँ, घरां दे घर उजड़ गए, जेबां विच पाए हुए करोड़ां रुपये भी कुछ ना बचा सके, हस्पतालों के दरवाजे ते पहुंचना भी नसीब ना होया। भलिया जे कुदरत ही सब कुछ करती सी, फिर तू मरन क्यों दिता, जान क्यों दिता? कदी सोचिया ही? इस तो उत्ते भी कोई ताकत है, इस तो उत्ते भी कोई शक्ति है जो भरन घड़न दे समर्थ है। कदी ख्याल किया, कदी विचार की इस गल दे उत्ते? कदी इस पल नूं सोचिया? बिल्कुल नहीं। सच्ची तो गल यह है कि चेरी की सेवा करे ठाकुर ने दिसे की अवस्था ते जाके मनुख खड़ा हो गया।
ਆਪਣੀ ਹੋਂਦ ਦੀ ਪਰਪੱਕਤਾ ਲਈ ਮਾਇਆ ਦੀ ਸਹਾਇਤਾ ਨਾਲ ਰੱਬ ਨਾਲ ਲੜਾਈ ਲੜਨ ਲੱਗ ਪਿਆ। ਰੱਬ ਨੂੰ ਲਾਂਭੇ, ਮਿਹਣੇ ਕਮੇਣੇ, ਰੱਬੀ ਹੁਕਮ ਨੂੰ ਮਾਇਆ ਦੀ ਤਾਕਤ ਨਾਲ ਮੰਨਣ ਤੋਂ ਇਨਕਾਰੀ ਹੋ ਗਿਆ। ਅਜੀਬ ਦੀ ਕਹਾਣੀ ਤਾਂ ਇਹੋ ਹੀ ਹੈ ਜੋ ਸੰਸਾਰ ਵਿੱਚ ਵੇਖਦੇ ਹਾਂ। ਨਿਰੰਕਾਰ ਦੇ ਹੋਂਦ ਨੂੰ, ਨਿਰੰਕਾਰ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਹੋ ਬੈਠੇ ਹਾਂ। ਐਸਾ ਭਰਮ ਪੈ ਗਿਆ, ਸੋਚਣ ਲੱਗ ਪਿਆ ਕਿ ਜਿੰਨਾ ਵੀ ਪਿਆਰ ਹੈ, ਜਿੰਨਾ ਵੀ ਸਤਿਕਾਰ ਹੈ, ਇਹ ਸਭ ਕੁਝ ਮਾਇਆ ਦਾ ਹੈ ਔਰ ਮਾਇਆਧਾਰੀਆਂ ਦਾ ਹੀ ਬੋਲਬਾਲਾ ਹਰ ਪਾਸੇ ਹੈ। ਇਹਦੀ ਸੋਚ ਵਿੱਚ ਹਰ ਵੇਲੇ ਉਸ ਮਾਇਆ ਦੀਆਂ ਖੇਡਾਂ ਹੀ ਖੇਡਣੀਆਂ ਜਿਹੜੀਆਂ ਅਸੀਂ ਘੁੰਮਦੀਆਂ ਰਹੀਆਂ। ਦਿਮਾਗ ਇਧਰਲੇ ਪਾਸੇ ਚੱਲ ਪਿਆ। ਇਹ ਕਹਿਣ ਲੱਗ ਪਿਆ ਮਾਇਆ ਤੋਂ ਬਿਨਾਂ ਕੋਈ ਰਿਸ਼ਤੇਦਾਰੀ ਨਹੀਂ, ਕੋਈ ਸੰਬੰਧੀ ਨਹੀਂ, ਕੋਈ ਯਾਰ ਦੋਸਤ ਨਹੀਂ, ਕੋਈ ਸੱਜਣ ਮਿੱਤਰ ਨਹੀਂ। ਮਾਇਆ ਨਾਲ ਤਾਂ ਦੁਨੀਆ ਖਰੀਦ ਸਕਦਾ ਹਾਂ ਮੈਂ, ਤਾਂ ਰੱਬ ਵੀ ਮਾਇਆ ਨਾਲ ਖਰੀਦ ਸਕਦਾ, ਔਰ ਰੱਬ ਨੂੰ ਖਰੀਦਣ ਦਾ ਯਤਨ ਹੀ ਤਾਂ ਅਸੀਂ ਕਰ ਰਹੇ ਹਾਂ। ਜਦੋਂ ਰੱਬ ਦੀ ਦਿੱਤੀ ਹੋਈ ਦਾਤ ਵਿੱਚੋਂ ਕੁਝ ਭੇਟ ਕਰਕੇ ਅਸੀਂ ਦਾਨੀ ਪੁਰਸ਼ ਬਣ ਜਾਂਦੇ ਹਾਂ। ਸਾਡੇ ਵਰਗਾ ਦਾਨੀ ਕੋਈ ਨਹੀਂ, ਸਾਡੇ ਵਰਗਾ ਤਾਂ ਦਾਨ ਦੇਣ ਵਾਲਾ ਹੈ ਹੀ ਕੋਈ ਨਹੀਂ। ਦਾਤੇ ਬਣ ਗਏ, ਮੰਗਤੇ ਤੋਂ ਅਸੀਂ ਦਾਤੇ ਬਣ ਬੈਠੇ, ਰੱਬ ਨੂੰ ਮੰਗਤਾ ਬਣਾ ਦਿੱਤਾ, ਅਸੀਂ ਆਪ ਦਾਨੇ ਬਣ ਕੇ, ਦਾਤੇ ਬਣ ਕੇ ਬੈਠ ਗਏ। ਆਪਣੇ ਨਾਵਾਂ ਦੇ ਪੱਥਰ ਲਵਾ ਲਏ, ਘੁੰਮਦੇ ਹੋਏ ਪੱਖਿਆਂ ਦੇ ਖੰਭਾਂ ਦੇ ਉੱਤੇ ਆਪਣੇ ਨਾਮ ਨੂੰ ਟੰਗ ਕੇ ਆਪਣੇ ਆਪ ਨੂੰ ਇਉਂ ਘੁਮਾ ਰਿਆ ਜਿਵੇਂ ਮਾਇਆ ਦੇ ਹੱਥਾਂ 'ਚ ਬੰਦਾ ਨੱਚਦਾ ਹੈ। ਪੱਖਾ ਨਹੀਂ ਘੁੰਮਦਾ, ਸਗੋਂ ਉਹ ਪੱਖੇ ਤੇ ਲਿਖੇ ਹੋਏ ਬੰਦਿਆਂ ਦੇ ਨਾਮ ਜਿਹੜੇ ਹਨ ਮਾਇਆ ਦੀਆਂ ਖੇਡਾਂ ਵਿੱਚ ਨੱਚ ਰਹੇ ਹਨ। ਖਿਆਲ ਕਰਿਓ, ਸਾਡੀ ਜ਼ਿੰਦਗੀ ਦੀ ਕਹਾਣੀ ਤਾਂ ਕੁਛ ਹੀ ਹੈ ਨਾ, ਵੀ ਅਸੀਂ ਰੱਬ ਨੂੰ ਵੀ ਮਾਇਆ ਦੇ ਨਾਲ ਖਰੀਦਣਾ ਚਾਹੁੰਦੇ ਹਾਂ। ਬੈਠੇ ਵਿਦੇਸ਼ ਵਿੱਚ ਹਾਂ, ਮਾਇਆ ਭੇਜ ਕੇ ਅਖੰਡ ਪਾਠ ਦਰਬਾਰ ਸਾਹਿਬ ਵਿੱਚ ਚੱਲ ਰਿਹਾ ਹੈ। ਤਾਂ ਰੱਬ ਭੋਲਿਓ, ਇਹ ਰੱਬ ਨੂੰ ਖਰੀਦਣਾ ਨਹੀਂ ਤਾਂ ਹੋਰ ਕੀ ਹੈ। ਹੁਕਮ ਲਿਖ ਕੇ ਤੁਹਾਡੇ ਘਰ ਵਿੱਚ ਪਹੁੰਚ ਜਾਂਦਾ ਹੈ। ਰੱਬੀ ਹੁਕਮ ਕਿ ਵੀ ਇਸ ਤਰ੍ਹਾਂ ਵਰਤਦੇ ਦੇਖੀਦੇ ਨੇ, ਇਹਦੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਰੱਬ ਸੱਚਮੁੱਚ ਹੀ ਖਰੀਦਿਆ ਜਾ ਸਕਦਾ ਹੈ। ਹਾਂ, ਖਰੀਦਿਆ ਜਾ ਸਕਦਾ ਹੈ, ਪਰ ਤੇਰੀ ਸੋਚ ਨਾਲ ਨਹੀਂ, ਤੇਰੇ ਪੈਸੇ ਨਾਲ ਨਹੀਂ, ਤੇਰੀ ਮਾਇਆ ਨਾਲ ਨਹੀਂ। ਉਹ ਹੈ ਮਨ ਦੇ, ਰਾਮ ਲਿਆ ਹੈ ਮੂਲ। ਉਹ ਮਨ ਦੇ ਕੇ ਖਰੀਦਿਆ ਜਾ ਸਕਦਾ ਹੈ। ਨਿਰੰਕਾਰ ਨੂੰ ਮਨ ਵੇਚਣਾ ਪੈਂਦਾ ਹੈ। ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਜ ਰਾਸ। ਮਨ ਵੇਚਣਾ ਪੈਂਦਾ ਹੈ। ਮਾਇਆ ਨੇ ਤਾਂ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਭਾਈ। ਇਹ ਭੁਲੇਖਾ ਬਣ ਗਿਆ ਵੀ ਅਸੀਂ ਰੱਬ ਨੂੰ ਵੀ ਖਰੀਦ ਸਕਦੇ ਹਾਂ। ਇਸ ਭੁਲੇਖੇ ਵਿੱਚ ਹੀ ਇਹ ਮਨੁੱਖ ਫਿਰ ਮਾਇਆ ਦੀ ਗੁਲਾਮੀ ਕਰਨ ਲੱਗ ਪਿਆ। ਤੇ ਮਾਇਆ ਨੇ ਰਿੰਦੀ ਕਸਰ ਉਦੋਂ ਕੱਢ ਦਿੱਤੀ ਜਦੋਂ ਜੀਵ ਕੋਲੋਂ ਸਮਝ ਵਿਚਾਰ ਆਪਣੇ ਕਬਜ਼ੇ ਵਿੱਚ ਕਰ ਲਏ, ਇਹਦੀ ਸੋਚ ਤੇ ਤਾਲਾ ਲਾ ਦਿੱਤਾ, ਇਹਦੀ ਸੋਚਣੀ ਬੰਦ ਕਰ ਦਿੱਤੀ। ਹੰਕਾਰ ਦੀਆਂ ਟੀਸੀਆਂ ਤੇ ਚੜ ਕੇ ਜੋ ਪਿੱਛੋਂ ਮਾਇਆ ਤੂਤੀ ਘੁਮਾਉਂਦੀ ਹੈ ਬੋਲਦਾ ਹੈ। ਸਮਝਣ ਲਈ ਅੱਖਾਂ ਦਾ ਸੱਚ ਵੇਖਣਾ ਤੇ ਕੰਨਾਂ ਦਾ ਸੱਚ ਸੁਣਨਾ ਜ਼ਰੂਰੀ ਹੈ। ਜਿਹੜਾ ਦੇਖ ਨਹੀਂ ਸਕਦਾ ਉਹ ਸੁਣ ਕੇ ਮਾਰਗ ਪਾ ਲਵੇ, ਪਰ ਜਿਹੜਾ ਸੁਣ ਨਹੀਂ ਸਕਦਾ ਇਸ਼ਾਰਾ ਦੇਖ ਕੇ ਸਮਝ ਜਾਂਦਾ ਹੈ। ਮਾਇਆ ਨੇ ਤਾਂ ਸਦੀਵ ਗੁਲਾਮੀ ਲਈ ਜੀਵ ਕੋਲੋਂ ਅੱਖਾਂ ਵੀ ਖੋਹ ਲਈਆਂ, ਕੰਨ ਵੀ ਲੈ ਲਏ, ਤੇ ਇਹਨੂੰ ਮੁੜ ਰੱਬੀ ਰੂਪ ਵਿਦਿਆ ਚੇਤਾ ਕਰਵਾਉਣ ਦਾ ਯਤਨ ਹੀ ਨਾ ਕੀਤਾ। ਇਹਦੇ ਕੰਨ ਵੀ ਬੰਦ ਕਰ ਦਿੱਤੇ। ਇਹ ਤਾਂ ਨਾਮ ਦੀ ਗੱਲ ਸੁਣਦਿਆਂ ਬਿੱਛੂ ਡੰਗ ਮਾਰ ਜਾਂਦਾ ਹੈ। ਨਾਮ ਦੀ ਗੱਲ ਸੁਣਦਿਆਂ ਹੀ, ਨਾਮ ਸੁਨਤ ਚੰਨ ਬਿੱਛੂ ਡਸਾਨਾ, ਕਾਮ ਕ੍ਰੋਧ ਅਹੰਕਾਰ ਰਜਾਨਾ, ਨਾਮ ਸੁਨਤ ਜਮ ਬਿੱਛੂ ਡਸਾਨਾ। ਜਿਵੇਂ ਬਿੱਛੂ ਨੇ ਡੰਗ ਮਾਰ ਦਿੱਤਾ ਹੋਵੇ। ਇਸੇ ਕਰਕੇ ਫਿਰ ਗੁਰੂ ਜੀ ਨੂੰ ਕਹਿਣਾ ਪਿਆ, ਮਾਇਆ ਧਾਰੀ ਅਤ ਅੰਨਾ ਬੋਲਾ।
ਗੁਰੂ ਜੀ ਨੂੰ ਇਹ ਗੱਲ ਕਹਿਣੀ ਪਈ, ਸ਼ਬਦ ਨਾ ਸੁਣੀ ਪਰੋਲ ਕਝੋਲਾ। ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਲਿਖੀ, ਉਸ ਅਵਸਥਾ ਦੀ ਗੱਲ ਕਰ ਦਿੱਤੀ ਜੋ ਸਾਡੀ ਜੀਵਾਂ ਦੀ ਅੱਜ ਚੱਲ ਰਹੀ ਹੈ। ਮਾਇਆ ਨੇ ਇੱਕ ਅਜਿਹੀ ਮਿੱਠੀ ਮੋਹ ਭਰੀ ਲੋਰੀ ਦੇ ਕੇ ਸਾਨੂੰ ਸਵਾਦ ਦਿੱਤਾ ਕਿ ਰਾਜੇ ਹੋਣ ਦੇ ਬਾਵਜੂਦ ਵੀ ਅਸੀਂ ਭਿਖਾਰੀ ਵਾਂਗੂ ਭਟਕਦੇ ਰਹੇ। ਅਸੀਂ ਬਾਦਸ਼ਾਹ ਸਾਂ, ਮਾਲਕ ਨੇ ਸਾਨੂੰ ਬਾਦਸ਼ਾਹ ਬਣਾ ਕੇ ਭੇਜਿਆ ਸੀ, ਸਾਰੀ ਜੂਨਾਂ ਦਾ ਸਰਤਾਜ ਬਣਾ ਕੇ ਭੇਜਿਆ ਸੀ, ਸਰਦਾਰੀ ਬਣਾ ਕੇ ਬਖਸ਼ੀ ਸੀ। ਪਰ ਮਾਇਆ ਦੇ ਇੱਕ ਐਸੀ ਲੋਰੀ ਵਿੱਚ ਸੌਂ ਗਏ, ਬਸ ਜਿੱਥੋਂ ਉੱਠਣਾ ਵੀ ਨਸੀਬ ਨਾ ਹੋਇਆ। ਭਿਖਾਰੀਆਂ ਵਾਂਗੂ ਭਟਕਦੇ ਰਹੇ ਤੇ ਭਿਖਾਰੀਆਂ ਵਾਂਗੂ ਭਟਕ ਕੇ ਜੀਵਨ ਕਦੀ ਸੁਖੀ ਨਾ ਹੋਇਆ, ਜੀਵਨ ਤਾਂ ਦੁਖੀ ਹੋ ਗਿਆ। ਜੀਵਨ ਨੇ ਕਦੀ ਸੁਖ ਨਾ ਮਾਣਿਆ। ਉਸ ਭਿਖਾਰੀ ਦੀ ਨਗਰੀ ਵਿੱਚੋਂ ਕੁਝ ਪ੍ਰਾਪਤ ਨਾ ਹੋਇਆ। ਤੇ ਭਗਤ ਰਵਿਦਾਸ ਜੀ ਨੇ ਫਿਰ ਬੜਾ ਕਮਾਲ ਦਾ ਨਕਸ਼ਾ ਖਿੱਚਿਆ। ਕਹਿਣ ਲੱਗੇ, ਭਲਿਆ ਇਹ ਮੇਰੇ ਪਿਆਰੇ, ਜਦ ਤੱਕ ਸਾਡੇ ਅੰਦਰ ਮਾਇਆ ਹਉਮੈ, ਉਹਨੇ ਚਿਰ ਤੂੰ ਅੰਦਰ ਪ੍ਰਗਟ ਨਹੀਂ ਹੁੰਦਾ। ਪਰ ਜਦੋਂ ਤੂੰ ਹੁੰਦਾ ਹੈ, ਉਦੋਂ ਸਾਡੀ ਮੈਂ ਦੂਰ ਹੋ ਜਾਂਦੀ ਹੈ। ਇਸ ਮੈਂ ਦੇ ਹਟਣ ਨਾਲ ਸਮਝ ਆ ਜਾਂਦੀ ਹੈ ਕਿ ਜਿਵੇਂ ਬੜਾ ਵੱਡਾ ਤੂਫਾਨ ਸਮੁੰਦਰ ਦੀਆਂ ਲਹਿਰਾਂ ਨਾਲ ਨਕਾ ਨਕ ਭਰ ਜਾਂਦਾ ਹੈ, ਪਰ ਅਸਲ ਵਿੱਚ ਉਹ ਲਹਿਰਾਂ ਸਮੁੰਦਰ ਦੇ ਪਾਣੀ ਦੀਆਂ ਹਨ। ਤਿਵੇਂ ਇਹ ਸਾਰੇ ਜੀ ਜਦ ਤੇਰਾ ਆਪਣਾ ਵਿਕਾਸ ਹੈ। ਇੱਕ ਐਸਾ ਭੁਲੇਖਾ ਪਿਆ ਹੋਇਆ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਜੇ ਮੰਨ ਬੈਠੇ ਹਾਂ ਜਗਤ ਤੇਰੇ ਨਾਲ ਕੋਈ ਵੱਖਰੀ ਹਸਤੀ ਹੈ, ਉਹ ਠੀਕ ਨਹੀਂ ਹੈ। ਇਹ ਤਾਂ ਇਉਂ ਹੀ ਹੋ ਗਿਆ, ਕੋਈ ਰਾਜਾ ਤਖਤ ਉੱਤੇ ਬੈਠ ਕੇ ਸੌਂ ਜਾਏ, ਸੁਪਨੇ ਵਿੱਚ ਮੰਗਤਾ ਬਣ ਜਾਏ, ਭਿਖਾਰੀ ਬਣ ਜਾਏ, ਰਾਜ ਹੁੰਦਿਆਂ ਸੁੱਤਿਆਂ ਉਹ ਆਪਣੇ ਸੁਪਨੇ ਤੋਂ, ਰਾਜ ਤੋਂ ਵਿਛੜ ਕੇ ਦੁਖੀ ਹੋ ਜਾਏ। ਬਸ ਇਵੇਂ ਹੀ ਮੈਂ ਰਾਜਾ ਹੁੰਦਿਆਂ ਹੋਇਆਂ ਵੀ ਭਿਖਾਰੀ ਦੀ ਜ਼ਿੰਦਗੀ ਜੀਉ ਰਿਹਾ ਹਾਂ, ਮਾਇਆ ਹੁੰਦਿਆਂ ਹੋਇਆਂ ਵੀ ਮੰਗਤਾ ਹਾਂ। ਬਹੁਤ ਕਮਾਲ ਦੇ ਬੋਲ ਭਗਤ ਜੀ ਲਿਖਦੇ ਹਨ ਸੂਠ ਰਾਗ ਦੇ ਵਿੱਚ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। अनल अगम जैसे लहर में ओदद, जल केवल जल माही। माधवे क्या कही है परम ऐसा, माधवे क्या कही है परम ऐसा। जैसा मानिए हुए ना तैसा। नरपत एक सिंहासन सोया, सुपने पिया भिखारी। अछत राज बिशरत दुख पाया, सो गत भई हमारी। बादशाह सो गया, ਭਿਖਾਰੀ ਬਣ ਗਿਆ। ਅਸੀਂ ਤਾਂ ਰੱਸੀ ਨੂੰ ਸੱਪ ਸਮਝ ਬੈਠੇ ਤੇ ਸੱਪ ਨੂੰ ਰੱਸੀ ਸਮਝ ਬੈਠੇ, ਸੋਨੇ ਨੂੰ ਮਿੱਟੀ ਸਮਝ ਬੈਠੇ, ਮਿੱਟੀ ਨੂੰ ਸੋਨਾ ਸਮਝ ਬੈਠੇ। ਸਾਡੀ ਕੀ ਕਹਾਣੀ ਜ਼ਿੰਦਗੀ ਦੀ ਹੈ? ਐਸੀ ਲੋਰੀ ਦਿੱਤੀ ਮਾਇਆ ਨੇ, ਸੌਂ ਗਏ। ਉਸ ਲੋਰੀ ਵਿੱਚ ਫਿਰ ਸੁੱਖ ਨਾ ਮਿਲਿਆ, ਦੁੱਖ ਹੀ ਦੁੱਖ ਮਿਲਦਾ ਹੈ। ਉਸੇ ਵਿੱਚੋਂ ਕਦੀ ਆਨੰਦ ਦੀ ਖੇੜੇ ਦੀ ਗੱਲ ਨਾ ਹੋਈ, ਚਿੰਤਾ ਤੇ ਗਮਾਂ ਦੀ ਭਾਂਡ ਸਿਰ ਉੱਤੇ ਚੁੱਕੀ ਫਿਰਦੇ ਹਾਂ। ਮਾਇਆ ਨੇ ਸਾਨੂੰ ਪ੍ਰਭੂ ਭੁਲਾਇਆ ਹੀ ਨਹੀਂ, ਬਲਕਿ ਪ੍ਰਭੂ ਨਾਲ ਲੜਾਇਆ ਵੀ ਹੈ। ਇੱਥੋਂ ਤੱਕ ਕਿ ਮਾਇਆ ਨੇ ਆਪਣੇ ਹਥਿਆਰ ਵੀ ਦੇ ਦਿੱਤੇ ਲੜਨ ਲਈ। ਤੇ ਇਹ ਦੋ ਹਥਿਆਰ ਮੈਂ ਤੇ ਮੇਰਾ ਹਨ, ਜਿਹੜੇ ਹਥਿਆਰ ਮਾਇਆ ਨੇ ਦਿੱਤੇ। ਹੁਣ ਸਭ ਤੋਂ ਵੱਧ ਪਿਆਰ ਹੈ ਤਾਂ ਮੈਂ ਤੇ ਮੇਰੇ ਨਾਲ ਹੈ। ਅੱਜ ਸਾਨੂੰ ਸਭ ਤੋਂ ਵੱਧ ਪਿਆਰ ਹੈ ਤਾਂ ਮੈਂ ਤੇ ਮੇਰੇ ਨਾਲ ਹੈ, ਖੁਦ ਦੀ ਹਸਤੀ ਨਾਲ ਹੈ। ਬਾਕੀ ਸਭ ਨਫ਼ਰਤ, ਤੇ ਸਭ ਤੋਂ ਵੱਧ ਨਫ਼ਰਤ ਹੈ ਉਹ ਤੂੰ ਤੇ ਤੇਰੇ ਨਾਲ ਹੈ। ਅੱਜ ਸਾਡੀ ਹਾਲਾਤ ਕੀ ਹੈ? ਇੱਕ ਐਸਾ ਭੁਲੇਖਾ ਸਾਡੇ ਅੰਦਰ ਖੜਾ ਕਰ ਦਿੱਤਾ ਵੀ ਸਭ ਤੋਂ ਵੱਧ ਪਿਆਰ ਮੈਂ ਤੇ ਮੇਰੇ ਨਾਲ ਹੈ।
ਤੇ ਸਭ ਤੋਂ ਨਫ਼ਰਤ ਸਾਡੀ ਤੂੰ ਤੇ ਤੇਰੇ ਨਾਲ ਹੈ। ਅਜਿਹੇ ਰਾਹ ਤੇ ਮਾਇਆ ਨੇ ਤੋਰ ਦਿੱਤਾ ਕਿ ਰੱਬੀ ਸਿਫਤ ਸਲਾਹ ਕਰਨ ਦੀ ਬਜਾਏ ਕਿਧਰੇ ਕੰਨਾਂ ਵਿੱਚ ਪੈ ਵੀ ਜਾਏ ਤਾਂ ਫਿਰ ਇਉਂ ਤੜਫਦੇ ਹਾਂ ਜਿਵੇਂ ਬਿੱਛੂ ਨੂੰ ਡੰਗ ਮਾਰ ਕੇ ਕੋਈ ਜ਼ਹਿਰ ਭਰ ਦਿੱਤਾ ਹੋਵੇ। ਕਾਮ ਕ੍ਰੋਧ ਅਹੰਕਾਰ ਰਹਿਣਾ ਨਾਮ ਸੁਣ ਤਾਂ ਜਨ ਬਿੱਛੂ ਡਸਾਂਦਾ, ਇਸ ਤਰ੍ਹਾਂ ਭਰ ਦਿੱਤਾ। ਬੜਾ ਖੂਬਸੂਰਤ ਬਚਨ ਇੱਕ ਭਗਤ ਕਬੀਰ ਜੀ ਲਿਖਦੇ ਨੇ, ਕਬੀਰ ਪਾਪੀ ਭਗਤ ਨਾ ਭਾਵੇ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰਹ ਰਹੇ, ਜੈ ਬਿਗੰਧ ਤੈ ਜਾਏ। ਮੱਖੀ ਚੰਦਨ ਦੀ ਸੁਗੰਧੀ ਨੂੰ ਛੱਡ ਤੇ ਦੁਰਗੰਧ ਤੇ ਜਾ ਕੇ ਗੰਦਗੀ ਤੇ ਜਾ ਕੇ ਬੈਠਦੀ ਹੈ। ਤੇ ਅਸੀਂ ਉਸ ਮੱਖੀ ਵਰਗੇ ਹੀ ਤਾਂ ਹਾਂ। ਨਿਰੰਕਾਰ ਦੀ ਚੰਦਨ ਦੀ ਖੁਸ਼ਬੂ ਨੂੰ ਛੱਡ ਕੇ ਦੁਨੀਆ ਦੇ ਪਦਾਰਥਾਂ ਦੀ ਇਸ ਭੁੱਖ ਨੇ, ਇਸ ਦੁਰਗੰਧ ਨੇ ਸਾਨੂੰ ਆਪਣੇ ਵੱਲ ਖਿੱਚ ਲਿਆ, ਸਾਨੂੰ ਆਪਣੇ ਨਾਲ ਜੋੜ ਲਿਆ। ਕੀ ਸਾਡੀ ਕਹਾਣੀ ਹੈ? ਜੀਵਨ ਕਿੱਥੇ ਹੈ? ਦੁਨੀਆ ਤੋਂ ਕਿਉਂ ਵਿਛੜੇ ਆ? ਕਿਉਂ ਭਟਕ ਰਹੇ ਹਾਂ ਜੂਨਾਂ ਵਿੱਚ? ਇਹੋ ਹੀ ਕਾਰਨ ਹੈ। ਜਿਹੜੇ ਅਸਲ ਵੈਰੀ ਹਨ ਉਹ ਸਾਨੂੰ ਆਪਣੇ ਦਿਸਦੇ ਨੇ, ਤੇ ਜਿਨ੍ਹਾਂ ਨੇ ਸਾਡਾ ਸਾਥੀ ਬਣਨਾ ਹੈ ਉਹ ਸਾਨੂੰ ਆਪਣੇ ਵੈਰੀ ਨਜ਼ਰ ਆਉਂਦੇ ਨੇ। ਸਾਰਾ ਕੁਝ ਅਜਿਹਾ ਜਾਪਦਾ ਸਾਨੂੰ, ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਅਸਲ ਫਲ ਛੱਡ ਕੇ ਘਾਹ ਫੂਸ ਇਕੱਠਾ ਕਰਨ ਤੇ ਲੱਗੇ ਹੋਏ ਹਾਂ। ਕੁਝ ਇਹੋ ਜਿਹਾ ਸ਼ਬਦ ਤਾਂ ਦੁਨੀਆ ਦੀ ਕਹਾਣੀ, ਕੁਝ ਆਪਣੀ ਕਹਾਣੀ ਤੇ ਇਹੋ ਜਿਹੀ ਨਜ਼ਰ ਆਉਂਦੀ ਹੈ। ਉਹ ਦੇਣ ਵਾਲਾ ਦਾਤਾਰ ਵਿਸਰ ਗਿਆ, ਪਰ ਉਸ ਦੀਆਂ ਦਾਤਾਂ ਸਾਨੂੰ ਯਾਦ ਹਨ। ਜੋ ਅਸੀਂ ਛੱਡ ਜਾਣਾ ਹੈ ਉਹ ਅਸੀਂ ਇਕੱਠਾ ਕਰ ਰਹੇ ਹਾਂ। ਜੋ ਸਾਡੇ ਕੰਮ ਨਹੀਂ ਆਉਣਾ ਉਹ ਜੰਜਾਲ ਅਸੀਂ ਬਣ ਕੇ ਬੈਠੇ ਹੋਏ ਹਾਂ। ਜਿਹੜੇ ਸਾਡੇ ਨਾਲ ਨਹੀਂ ਜਾਣਾ ਉਹਦੇ ਨਾਲ ਸਾਡੀ ਮੁਹੱਬਤ ਹੈ, ਸਾਡਾ ਪਿਆਰ ਹੈ। ਜਿਹੜੇ ਸਾਡੇ ਵੈਰੀ ਹਨ ਉਸ ਨੂੰ ਅਸੀਂ ਮਿੱਤਰ ਬਣਾ ਕੇ ਬੈਠੇ ਹਾਂ। ਐਸਾ ਭੁਲੇਖਾ ਲੱਗ ਗਿਆ, ਔਰ ਇਸ ਭੁਲੇਖੇ ਵਿੱਚ ਕੀਮਤੀ ਜਨਮ ਜਿਹੜਾ ਮੇਰੇ ਮਾਲਕ ਨੇ ਦਿੱਤਾ ਸੀ ਨਿਰੰਕਾਰ ਤੇ ਪਹੁੰਚਣ ਦਾ, ਇਸ ਸੰਸਾਰ ਦੇ ਭੇਜਿਆ ਸੀ ਨਿਰੰਕਾਰ ਤੱਕ ਪਹੁੰਚਣ ਦਾ, ਉਹ ਹੋਰ ਵਿਛੋੜਿਆਂ ਵਿੱਚ ਪੈ ਗਿਆ, ਹੋਰ ਜੂਨਾਂ ਵਿੱਚ ਪੈ ਗਿਆ। ਮੂਰਖ ਬਣ ਬੈਠੇ। ਧਰਮ ਚੰਗਾ ਨਹੀਂ ਲੱਗਦਾ, ਸੱਚ ਦੀ ਗੱਲ ਚੰਗੀ ਨਹੀਂ ਲੱਗਦੀ, ਝੂਠ ਤੇ ਧਰੋ ਇਹ ਸਾਨੂੰ ਆਪਣੇ ਵੱਲ ਖਿੱਚ ਪਾਉਂਦੇ ਨੇ। ਦਾਤਾਂ ਪਿਆਰੀਆਂ ਲੱਗਦੀਆਂ ਨੇ, ਦਾਤਾਰ ਵਿਸਰ ਗਿਆ ਹੈ। ਜੀਵਨ ਚੰਗਾ ਲੱਗਦਾ ਹੈ, ਮਰਨ ਦੀ ਗੱਲ ਨਹੀਂ ਪਾਉਂਦੀ। ਕਿਹੋ ਜਿਹੀ ਕਹਾਣੀ ਹੈ ਸਾਡੀ? ਜੋ ਸਾਡਾ ਨਹੀਂ ਉਹ ਅਸੀਂ ਉਹਨੂੰ ਆਪਣਾ ਕਹਿ ਰਹੇ ਹਾਂ, ਔਰ ਦੌੜ ਦੌੜ ਕੇ ਉਹਦੇ ਵੱਲ ਭੱਜਦੇ ਹਾਂ। ਪਰ ਜਿੰਨਾ ਉਦਮ ਹੈ ਸਾਡਾ ਵਿਅਰਥ ਹੈ। ਹੁਣ ਗੁਰੂ ਸਾਹਿਬ ਜੀ ਫਿਰ ਨਿਰਣਾ ਕਰਦੇ, ਭਲਿਆ ਰੱਬੀ ਰਜ਼ਾ ਨੂੰ ਭੁੱਲ ਕੇ ਆਵਣ ਜਾਣ ਦੀ ਖੇਡ ਨਹੀਂ ਮੁੱਕੇਗੀ, ਬਣੀ ਰਹੇਗੀ, ਹੋਰ ਬਣੀ ਜਾਏਗੀ। ਇਹ ਪਛਤਾਵਾ ਹੀ ਪੱਲੇ ਪਵੇਗਾ। ਸਤਿਗੁਰੂ ਜੀ ਸੋਰਠ ਰਾਗ ਵਿੱਚ ਇੱਕ ਬਚਨ ਕਰਦੇ ਹਨ, ਛੋੜ ਜਾਹੇ ਸੇ ਕਰੇ ਪ੍ਰਾਲ, ਕਾਮ ਨਾ ਆਵੇ ਸੇ ਜੰਜਾਲ, ਸੰਗ ਨਾ ਚਾਲੇ ਤਿਨ ਸਿਉ ਨੇਹ, ਜੋ ਬਿਰਾਈ ਸੰਗ ਨਾ ਚਾਲੇ ਤਿਨ ਸਿਉ ਹੀਤ, ਜੋ ਬਿਰਾਈ ਸਈ ਮੀਤ, ਐਸੇ ਭਰਮ ਭੁੱਲੇ ਸੰਸਾਰਾ,
जन्म पदार्थ खोए गवारा, साच धर्म नहीं भावे डीठा, झूठ तो स्यों रच्यो मीठा, दात प्यारी बिसरिया दातारा, जाने नहीं मरण विचारा, वस्त पराई को उठ रोवै, कर्म धर्म सगलाई खोवै। ਤੇ ਫਿਰ ਹੋਏਗਾ ਕੀ? ਹੁਕਮ ਤੋਂ ਬਾਗੀ ਹੋ ਕੇ ਹੁਕਮ ਨਾ ਬੂਝੈ ਆਵਨ ਜਾਣੇ, ਭਾਵ ਕਰੇ ਤਾਂ ਪਛੋਤਾਣੇ। ਅਜਿਹੇ ਭਰਮਾਂ ਦੇ ਅਜਿਹੇ ਕਰਮਾਂ ਦੇ ਬੰਧਨਾਂ ਵਿੱਚ ਜਕੜ ਗਏ, ਜਨਮ ਮਰਨ ਦੇ ਗੇੜ ਦੀ ਸਜ਼ਾ ਦੇ ਹੱਕਦਾਰ ਬਣ ਗਏ। ਕੌਣ ਕਹਿੰਦਾ ਹੈ ਜਨਮ ਮਰਨ ਨਹੀਂ ਹਨ? ਤਾਂ ਕਰਮਾਂ ਦੇ ਜਨਮ ਮਰਨ ਦੇ ਗੇੜ ਦੇ ਹੱਕਦਾਰ ਅਸੀਂ ਆਪ ਬਣ ਰਹੇ ਹਾਂ। ਬੀਜ ਜੋ ਬੀਜ ਰਿਹਾ ਵੱਢਣਾ ਪਏਗਾ। ਜਿਹਾ ਬੀਜੇ ਸੋਲ ਨੇ ਕਰਮਾ ਸੰਦੜਾ ਖੇਤ ਹੈ। ਭਲਿਆ ਕਿੱਕਰ ਬੀਜ ਕੇ ਲੂੜੇ ਦਾਖ ਬਜੂਰੀਆਂ, ਕਿੱਕਰ ਬੀਜੇ ਜੱਟ ਹੰਡੇ ਉਨ ਕਤਾਈ ਦਾ ਪੈਂਦਾ ਲੋੜੇ ਪੱਤ। ਉਹਨੇ ਕੱਟ ਕੇ ਰੇਸ਼ਮ ਪਹਿਨ ਲੇਗਾ, ਕਿੱਕਰ ਬੀਜ ਕੇ ਅੰਗੂਰ ਖਾ ਲੇਗਾ। ਕਿੱਥੋਂ? ਕਿੱਕਰ ਬੀਜ ਕੇ ਕਿੱਕਰ ਦਾ ਬੂਟਾ ਹੀ ਮਿਲੇਗਾ, ਲੰਬੀਆਂ ਸੂਲਾਂ ਲੱਗਣਗੀਆਂ ਔਰ ਬਹੁਤ ਹੀ ਦੁਖਦਾਈ ਹੋਣਗੀਆਂ। ਜਿੱਥੇ ਚੁੱਭ ਜਾਏਗੀ ਉਹ ਪੀੜਾ ਹੀ ਰਹੇਗੀ ਜ਼ਿੰਦਗੀ ਦੀ। ਉਹ ਤਾਂ ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਵੇਂ, ਜਮਕਾਲ ਸਹਿ ਸਿਰ ਡੰਡਾ ਹੈ। ਉਹਨੂੰ ਭਾਵੇਂ ਮਖਮਲੀ ਗਲੀਚਿਆਂ ਵਿੱਚ ਲਵੇਟ ਲਵੇਂ, ਉਹ ਦਿਖਣਾ ਚੁਭਣੋਂ ਨਹੀਂ ਹਟਣਗੀਆਂ। ਜਨਮ ਮਰਨ ਦੇ ਗੇੜ ਦੀ ਸਜ਼ਾ ਦੇ ਹੱਕਦਾਰ ਬਣ ਰਹੇ ਹਾਂ। ਰੱਬੀ ਹੁਕਮ ਵਿੱਚ ਤੁਰਨ ਵਾਲਾ ਪ੍ਰਵਾਨ ਹੋ ਜਾਂਦਾ ਹੈ, ਪਰ ਰੱਬੀ ਸਜ਼ਾ ਨਾਲ ਲੜ ਕੇ, ਰੱਬੀ ਰਜ਼ਾ ਦੇ ਨਾਲ ਲੜ ਕੇ ਲੜਨ ਵਾਲਾ ਦੱਸੋ ਜਿੱਤ ਕਿਵੇਂ ਹਾਸਲ ਕਰੇ? ਹਾਰ ਹੀ ਹਾਰ ਪੱਲੇ ਪੈਂਦੀ ਹੈ। ਆਪਣੇ ਕੀਤੇ ਕਰਮਾਂ ਦਾ ਅਜਿਹਾ ਜਾਲ ਬੁਣ ਲਿਆ, ਐਸਾ ਉਹਦੇ ਵਿੱਚ ਫਸ ਗਿਆ, ਤੇ ਹੁਣ ਹੋਇਆ ਕੀ? ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਨਿਰੰਕਾਰ ਦੇ ਦੇਸ਼ ਦੀ, ਨਿਰੰਕਾਰ ਦੇ ਹੁਕਮ ਦੇ ਅਦੂਲੀ ਉਲੰਘਣਾ ਕਰਕੇ ਇਹ ਭਾਗੀਦਾਰ ਬਣ ਗਿਆ। ਤੇ ਫਿਰ ਹੋਏਗਾ ਕੀ? ਜਿਤਨੇ ਨਰਕ ਸੇ ਮਨਮੁਖ ਭੋਗਿਆ, ਗੁਰਮੁਖ ਲੇਪ ਨਾ ਮਾਸਾ ਹੈ। ਭਰੋਸਾ ਫਿਰ ਗੁਰੂ ਪਾਤਸ਼ਾਹ ਦਿੰਦੇ, ਭਲਿਆ ਜਿੰਨੇ ਜਨਮ ਦੇ ਗੇੜ ਨੇ ਇਹ ਮਨਮੁਖ ਨੇ ਭੁਗਦੇ ਨੇ, ਗੁਰਮੁਖ ਨਹੀਂ ਭੁਗਦਾ। ਗੁਰਮੁਖ ਦੀ ਜੋਤ ਪਰਮ ਜੋਤ ਵਿੱਚ ਜਾਂਦੀ ਹੈ, ਔਰ ਜਨਮ ਮਰਨ ਹੈ ਉਹਨਾਂ ਲਈ ਜਿਹੜੇ ਹੁਕਮ ਅਦੂਲੀ ਕਰਦੇ ਹਨ, ਹੁਕਮ ਦੀ ਉਲੰਘਣਾ ਕਰਦੇ ਹਨ, ਜਿਹੜੇ ਰੱਬੀ ਰਜ਼ਾ ਨੂੰ ਸਮਝ ਨਾ ਸਕੇ, ਜਿਹੜੇ ਮਾਇਆ ਦੀ ਤ੍ਰਿਸ਼ਨਾ ਵਿੱਚ ਆਪਣੇ ਆਪ ਨੂੰ ਬੰਨ੍ਹ ਬੈਠੇ। ਅਸਲ ਵਿੱਚ ਇਹ ਉਹਨਾਂ ਦੀ ਕਹਾਣੀ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਔਰ ਸਾਨੂੰ ਵਾਰ-ਵਾਰ ਚੇਤਾਵਨੀ ਦਿੰਦੇ ਹੈ, ਭਲਿਆ ਜੋ ਜੋ ਕਰਮ ਕੀਏ ਲਾਲਸਿਓ, ਤੇ ਫਿਰ ਗਰੇ ਪਰਿਓ। ਫਿਰ ਪਾਤਸ਼ਾਹ ਕਹਿੰਦੇ ਨੇ, ਆਪਣ ਕਰਮ ਆਪੇ ਹੀ ਬੰਦ, ਆਵਨ ਜਾਵਨ ਮਾਇਆ ਧੰਦ। ਕਿੱਥੇ ਛੁੱਟ ਕੇ ਜਾਏਗਾ? ਕਿੱਥੇ ਪਹੁੰਚੇਗਾ? ਕਿਹੜੀ ਕਹਾਣੀ ਤੇਰੀ ਜੀਵਨ ਦੀ ਕਹਾ? ਨਿਰੰਕਾਰ ਤੋਂ ਵਿਛੜ ਕੇ ਜੂਨੀਆਂ ਵਿੱਚ ਭਟਕਣਾ ਦਾ ਇਹ ਜੀਵਨ ਦਾ ਮਾਰਗ ਤੁਰਿਆ ਜਾਂਦਾ ਹੈ। ਜੋਤ ਪਰਮ ਜੋਤ ਵਿੱਚ ਲੀਨ ਨਾ ਹੋ ਸਕੀ, ਆਵਨ ਜਾਣ ਦਾ ਖੇਡ ਬਣਿਆ ਰਿਹਾ। ਇੱਕ ਛੋਟੀ ਜਿਹੀ ਗੱਲ ਕਹਿ ਕੇ ਮੈਂ ਸਮਾਪਤੀ ਕਰਾਂਗਾ। ਇੱਕ ਰਾਜੇ ਨੇ 2 ਅਹਿਲਕਾਰ ਆਪਣੇ ਰਾਜ ਦੇ ਇੱਕ ਹਿੱਸੇ ਵਿੱਚ ਇਹ ਸਮਝਾ ਕੇ ਭੇਜੇ ਕਿ ਉੱਥੇ ਜਾ ਕੇ ਚੰਗੀ ਤਰ੍ਹਾਂ ਦੇਖਭਾਲ ਕਰਨੀ, ਮੇਰੇ ਰਾਜ ਵਿੱਚ ਦੁੱਖਾਂ ਭਰੀ ਜ਼ਿੰਦਗੀ ਨਾ ਕੋਈ ਗੁਜ਼ਾਰਦਾ ਹੋਵੇ। ਤੁਸੀਂ ਸਾਰੀ ਰਿਪੋਰਟ ਮੈਨੂੰ ਭੇਜਦੇ ਰਹਿਣਾ। ਇੱਧਰੋਂ ਮੈਂ ਵੀ ਜਿਵੇਂ ਲੋੜ ਪਈ ਤੁਹਾਨੂੰ ਹੁਕਮ ਭੇਜਦਾ ਰਹਾਂਗਾ, ਹੁਕਮ ਕਰਦਾ ਰਹਾਂਗਾ।
ਐਲਕਾਰ ਦੋਨੇ 7 ਬਚਨ ਕਹਿ ਕੇ ਲੋੜ ਦਾ ਸਮਾਨ ਲੈ ਕੇ ਚਲੇ ਗਏ, ਲੋੜੀਂਦਾ ਸਮਾਨ ਲੈ ਕੇ ਚਲੇ ਗਏ। ਰਾਜੇ ਦੇ ਦੱਸੇ ਮੁਤਾਬਕ ਸੇਵਾ ਕਰਨ ਲੱਗ ਪਏ। ਨਾਲ ਨਾਲ ਲੋਕਾਂ ਨੂੰ, ਦੋਨਾਂ ਐਲਕਾਰਾਂ ਦਾ ਲੋਕਾਂ ਨੇ ਐਲਕਾਰਾਂ ਦਾ ਸਨਮਾਨ ਕਰਨਾ ਸ਼ੁਰੂ ਕਰ ਦਿੱਤਾ। ਇੱਕ ਐਲਕਾਰ ਤਾਂ ਇਸ ਨੂੰ ਅਸਲ ਵਿੱਚ ਰਾਜੇ ਦਾ ਸਨਮਾਨ ਸਮਝਦਾ ਸੀ, ਜਿਸ ਦੇ ਹੁਕਮ ਨਾਲ ਉਹ ਇੱਥੇ ਆਇਆ ਸੀ, ਤੇ ਦੂਜਾ ਐਲਕਾਰ ਅੰਦਰ ਰਾਜੇ ਦੀ ਵਡਿਆਈ ਥਾਂ ਇਹ ਸਮਝ ਬੈਠਾ ਕਿ ਇਹ ਮੇਰੀ ਹੈ, ਮੇਰੀ ਵਡਿਆਈ ਹੋ ਰਹੀ ਹੈ। ਇੰਨੀ ਮਾਨ ਵਡਿਆਈ ਪਾ ਕੇ ਹੰਕਾਰੀ ਹੁੰਦਾ ਗਿਆ। ਇੱਕ ਵਿਚਾਰ ਧਿਆਨਯੋਗ ਇਹ ਹੈ ਕਿ ਹੰਕਾਰੀ ਕਦੇ ਆਗਿਆਕਾਰੀ ਨਹੀਂ ਹੁੰਦਾ, ਜਿਹੜਾ ਅਸਲੀ ਗੱਲ ਸਮਝਣ ਵਾਲੀ ਹੈ। ਆਗਿਆਕਾਰੀ ਕਦੇ ਹੰਕਾਰੀ ਨਹੀਂ ਹੁੰਦਾ, ਹੁਕਮ ਵਿੱਚ ਚੱਲਣ ਵਾਲਾ ਕਦੇ ਹੰਕਾਰੀ ਨਹੀਂ ਹੁੰਦਾ, ਤੇ ਹੰਕਾਰੀ ਕਦੇ ਹੁਕਮ ਵਿੱਚ ਨਹੀਂ ਚੱਲ ਸਕਦਾ। ਇਹ ਗੱਲ ਗੁਰੂ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਪਾਈ ਹੈ। ਇਹ ਤਾਂ ਚਾਕਰ ਲੱਗੇ ਚਾਕਰੀ, ਨਾਲੇ ਗਰਵ ਬਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਆਸਾ ਕੀ ਵਾਰ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ, ਸਾਨੂੰ ਸਮਝਾਇਆ। ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ, ਅਸੀਂ ਇਸ ਮਨੋਰਥ ਨੂੰ ਸਮਝਦੇ ਹੋਏ ਇਸ ਯਾਤਰਾ ਨੂੰ ਅੱਗੇ ਤੋਰਦੇ ਰਹੀਏ, ਔਰ ਅੱਗੇ ਅੱਗੇ ਵਿਚਾਰਾਂ ਹੋਰ ਕਰਾਂਗੇ। ਭੁੱਲ ਚੁੱਕ ਦੀ ਖਿਮਾ ਜੀ, ਕਾਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ